नमस्कार, मैं सीमा महाजन ਤੁਹਾਡਾ ਸਾਰਿਆਂ ਦਾ ਐਜੂਕੇਸ਼ਨ ਵਰਲਡ EW YouTube ਚੈਨਲ ਤੇ ਸਵਾਗਤ ਕਰਦੀ ਹਾਂ। ਜਿਵੇਂ ਕਿ ਆਪਾਂ ਪ੍ਰੀਵੀਅਸ ਕਲਾਸ ਦੇ ਵਿੱਚ ਐਵਰੇਜ ਪੜਿਆ ਸੀ, ਅੱਜ ਆਪਾਂ ਉਸ ਨੂੰ ਹੀ ਕੰਟੀਨਿਊ ਕਰਾਂਗੇ। ਐਵਰੇਜ what is average? Average is sum of observations upon number of observation। ਇਹ ਆਪਣੇ ਕੋਲ ਇੱਕ ਟ੍ਰੈਡੀਸ਼ਨਲ ਡੈਫੀਨੇਸ਼ਨ ਹੈ ਜਾਂ ਇੱਕ ਆਪਾਂ ਇਹ ਵੀ ਕਹਿ ਸਕਦੇ ਹਾਂ ਇੱਕ ਟ੍ਰੈਡੀਸ਼ਨਲ ਫਾਰਮੂਲਾ ਹੈ। ਤੇ ਜੇਕਰ ਆਪਾਂ ਅੱਗੇ ਕਨਸੈਪਟਸ ਵੱਲ ਚੱਲੀਏ ਤੇ ਆਪਣੇ ਕੋਲ ਕੁਝ ਟਰਮਸ ਇਸ ਤਰ੍ਹਾਂ ਦੀਆਂ ਨੇ 2 4 6 8 10 ਜਾਂ ਫਿਰ 3 6 9 12 15 ਕੁਝ ਹੋਰ ਦੇਖਦੇ ਹਾਂ 1 3 5 7 9 ਇਹਨਾਂ ਦੇ ਵਿੱਚ ਇੱਕ ਕੁਝ ਸੈਟ ਪੈਟਰਨ ਨਜ਼ਰ ਆ ਰਿਹਾ। ਕੀ ਨਜ਼ਰ ਆ ਰਿਹਾ ਕਿ ਪਹਿਲੀ ਜੇ ਦੇਖੀਏ ਤੇ 2 4 6 8 10 ਮੀਨਸ ਦੋ ਦੋ ਦੇ ਗੈਪ ਤੇ ਨੇ। ਜੇ ਅਗਲੀ ਦੇਖੀਏ ਤਾਂ 3 3 ਦੇ ਗੈਪ ਦੇ ਨੇ 3 6 9 12 15 ਫਿਰ ਅੱਗੇ 1 3 5 7 9 ਮੀਨਸ ਹਰੇਕ ਟਰਮ ਦੇ ਵਿੱਚ ਕੁਝ ਇੱਕ ਸੈਟ ਪੈਟਰਨ ਨਜ਼ਰ ਆ ਰਿਹਾ। ਜੇ ਇਸ ਤਰ੍ਹਾਂ ਦਾ ਪੈਟਰਨ ਨਜ਼ਰ ਆਵੇ ਤਾਂ ਐਵਰੇਜਲੀ ਆਪਾਂ ਨੂੰ ਇਹ ਸਮ ਆਫ ਆਬਜ਼ਰਵੇਸ਼ਨ ਅਪॉन ਨੰਬਰ ਆਫ ਆਬਜ਼ਰਵੇਸ਼ਨ ਲਗਾਉਣ ਦੀ ਲੋੜ ਨਹੀਂ ਹੈ। ਇਹਦੇ ਵਿੱਚ ਐਵਰੇਜ ਕੀ ਆ ਜਾਏਗੀ फर्स्ट टर्म प्लस लास्ट टर्म अपॉन 2 की मतलब है पहली ते आखिरी ਨੂੰ ਐਡ ਕਰਕੇ 2 ਦੇ ਨਾਲ ਡਿਵਾਈਡ ਕਰ ਦੋ। ਜਿਸ ਤਰ੍ਹਾਂ ਇਹਦੇ ਵਿੱਚ ਹੈ फर्स्ट 2 plus 10 upon 2 12 upon 2 ਕਿੰਨੀ ਐਵਰੇਜ ਹੈ 6। ਅਗਲੇ ਦੇ ਵਿੱਚ ਦੇਖੀਏ 3 plus 15 upon 2 18 by 2 9। अगे देखिए 1 plus 9 upon 2 10 10 by 2 means 5। ਹੁਣ ਜੇ ਅਗਰ ਆਪਾਂ ਇਹਨਾਂ ਨੂੰ ਕੁਝ ਆਬਜ਼ਰਵ ਕਰੀਏ ਤੇ ਪਹਿਲੇ ਦੇ ਵਿੱਚ ਐਵਰੇਜ ਹੈ 6, ਅਗਲੀ ਦੇ ਵਿੱਚ ਐਵਰੇਜ ਹੈ 9 ਤੇ ਅੱਗੇ ਐਵਰੇਜ ਹੈ 5। ਤੇ ਇਹ ਕਿਹੜੀ ਟਰਮ ਹੈ? ਇਹ ਹੈ ਮਿਡਲ ਟਰਮ। ठीक है ਤੇ ਮਿਡਲ ਟਰਮ ਵੀ ਆਪਣੀ ਐਵਰੇਜ ਹੋ ਸਕਦੀ ਹੈ ਪਰ ਕਦੋਂ? ਜਦੋਂ ਵੀ ਟਰਮਸ ਇੱਕ ਸੈਟ ਪੈਟਰਨ ਨੂੰ ਫੋਲੋ ਕਰਦੇ ਹਨ। ਕੀ ਪੈਟਰਨ ਹਨ ਕਿ ਪ੍ਰੀਵੀਅਸ ਟਰਮ ਤੇ ਅਗਲੀ ਟਰਮ ਦੇ ਵਿੱਚ ਹਮੇਸ਼ਾ ਕਾਮਨ ਡਿਫਰੈਂਸ ਕੀ ਰਹਿੰਦਾ ਹੈ? ਸੇਮ ਰਹਿੰਦਾ ਹੈ। ਇੱਥੇ ਤਾਂ ਨੰਬਰ ਆਫ ਟਰਮਸ ਕਿੰਨੀਆਂ ਨੇ? 5 ਮੀਨਸ ਨੰਬਰ ਆਫ ਟਰਮਸ ਕੀ ਹੈ? ਔਡ। ਤਾਂ ਮਿਡਲ ਟਰਮ ਇੱਕੋ ਹੀ ਹੈ। ਜੇ ਨੰਬਰ ਆਫ ਟਰਮਸ ਆਪਣੇ ਕੋਲ ਹੋ ਜਾਣ ਈਵਨ 2 4 6 8 10 12 देखो एक पैटर्न दे नाल ने ते एवरेज कितनी है 2 plus 12 upon 2 means 7 7 ਤਾਂ ਇਹਦੇ ਵਿੱਚ ਕਿਤੇ ਨਹੀਂ ਹੈ। ਲੇਕਿਨ ਜੇ ਆਪਾਂ ਇਹ ਦੋ ਟਰਮਸ ਦੇਖੀਏ ਇਹ ਦੋਨੋਂ ਹੀ ਮਿਡਲ ਦੀਆਂ ਟਰਮਸ ਨੇ 6 and 8 ਤੇ 6 ਤੇ 8 ਦੀ ਐਵਰੇਜ ਕੀ ਹੁੰਦੀ ਹੈ? 6 ਤੇ 8 ਦੀ ਐਵਰੇਜ ਕਿੰਨੀ ਹੁੰਦੀ ਹੈ? 7। ठीक है ਤੇ ਇਹਦਾ ਮਤਲਬ ਆਪਣੇ ਕੋਲ ਐਵਰੇਜ ਕੀ ਹੈ? ਐਵਰੇਜ ਹੈ ਫਰਸਟ ਤੇ ਲਾਸਟ ਦੀ ਐਵਰੇਜ ਤੇ ਐਵਰੇਜ ਕੀ ਹੈ? ਜੇ ਮਿਡਲ ਟਰਮਸ ਦੋ ਹੈ ਤੇ ਮਿਡਲ ਟਰਮਸ ਦੀ ਐਵਰੇਜ ਵੀ ਐਵਰੇਜ ਹੋਏਗੀ ਜੇ ਟਰਮਸ ਕਿਹਦੇ ਵਿੱਚ ਨੇ? ਇੱਕ ਸੈਟ ਪੈਟਰਨ ਦੇ ਵਿੱਚ ਨੇ। ਸੈਟ ਪੈਟਰਨ ਕੀ ਹੈ ਕਿ ਕਾਮਨ ਡਿਫਰੈਂਸ ਟਰਮਸ ਦੇ ਵਿੱਚ ਸੇਮ ਰਹਿ ਰਿਹਾ ਹੈ। ਤੇ ਇਹਦੇ ਵਿੱਚ ਆਪਾਂ ਹੁਣ ਇੱਕ ਹੋਰ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਕੁਐਸਚਨ ਹੈ the average of 4 consecutive even numbers is 15. The second highest number is की क्वेश्चन की है? ਇਹਦੇ ਵਿੱਚ ਆਪਸ਼ਨਸ ਵੀ ਹੈ 12 18 14 ਤੇ 16। ਐਵਰੇਜ ਆਫ 4 ਕੰਸੈਕਟਿਵ ਈਵਨ ਨੰਬਰਸ ਕਿਹੜੇ ਹੁੰਦੇ 2 4 6 8 ਸੋ ਔਨ। ਉਹਨਾਂ ਦੀ ਐਵਰੇਜ ਕਿੰਨੀ ਦਿੱਤੀ ਹੈ 15। 4 ਹੈ ਤਾਂ ਇਹਦਾ ਮਤਲਬ ਕਿ ਮੇਰੇ ਪਾਸ ਕੋਈ ਦੋ ਮਿਡਲ ਟਰਮਸ ਨੇ ਜਿਨ੍ਹਾਂ ਦੀ ਐਵਰੇਜ ਕਿੰਨੀ ਹੋਣੀ ਚਾਹੀਦੀ ਹੈ 15। 15 ਕਿਹਦੀ ਐਵਰੇਜ ਹੋਏਗੀ 14 ਤੇ 16 ਦੀ। ਠੀਕ ਹੈ 14 ਤੇ 16 ਦੀ ਐਵਰੇਜ ਕਿੰਨੀ ਬਣਨੀ ਹੈ 15। ਤੇ ਇੱਕ ਟਰਮ ਇੱਧਰ ਲਿਖ ਦੋ 18 ਦੋ ਦੋ ਐਡ ਕਰਨੇ ਆ ਨਾ ਇੱਧਰ ਦੋ ਘਟਾ ਦਾਂਗੇ ਤੇ ਆ ਜਾਏਗਾ 12। ਤੇ ਮਿਡਲ ਟਰਮ ਇਹ ਦੋ ਮਿਡਲ ਟਰਮਸ ਹੈ ਇਹਨਾਂ ਦੋਨਾਂ ਦੀ ਐਵਰੇਜ ਹੈ 15। ਪੁੱਛਿਆ ਕੀ ਗਿਆ ਹੈ ਸੈਕੰਡ ਹਾਈਐਸਟ ਨੰਬਰ ਕਿੰਨਾ ਆਏਗਾ 16 ਤੇ ਆਨਸਰ ਕਿੰਨਾ ਆਏਗਾ 16। ਇਹ ਆਪਣੇ ਕੋਲ ਆਪਸ਼ਨਸ ਦਿੱਤੀਆਂ ਹੋਈਆਂ ਸੀ 12 18 14 16। ਕੁਐਸਚਨ ਸੀ ਐਵਰੇਜ ਆਫ 4 ਕੰਸੈਕਟਿਵ ਈਵਨ ਨੰਬਰ ਇਜ਼ 15 ਸੈਕੰਡ ਹਾਈਐਸਟ ਨੰਬਰ ਇਜ਼ ਦਿਸ। ਤੇ ਹੁਣ ਆਪਾਂ ਅਗਲੇ ਕਨਸੈਪਟ 'ਚ ਚੱਲਦੇ ਹਾਂ। देखो
रिमार्क्स है अपने को, इफ ईच ऑब्जर्वेशन ऑफ द गिवन डाटा इज इंक्रीज्ड बाय सेम क्वांटिटी से एक्स देन देयर एवरेज इज आल्सो इंक्रीजेस बाय एक्स। एग्जांपल लेने मेरे को है 2 4 6 8 10, देखो एवरेज कितनी है दी 6। ਹੁਣ ਜੇਕਰ ਆਪਾਂ ਹਰੇਕ ਆਬਜ਼ਰਵੇਸ਼ਨ ਦੇ ਵਿੱਚ 1 ਐਡ ਕਰ ਦਈਏ, ਆਬਜ਼ਰਵੇਸ਼ਨਸ ਕਿੰਨੀਆਂ ਬਣ ਗਈਆਂ 3 5 7 9 11। ਇਹ ਵੀ ਇੱਕ ਪੈਟਰਨ ਹੈ। ਪੈਟਰਨ ਕੀ ਹੈ ਕਿ ਹਰ ਇੱਕ ਦੇ ਵਿੱਚ 2 ਦਾ ਗੈਪ ਹੈ ਤੇ ਐਵਰੇਜ ਕੀ ਹੋਏਗੀ ਉਹੀ ਮਿਡਲ ਟਰਮ, ਤੇ ਐਵਰੇਜ ਕਿੰਨੀ ਹੋਗੀ 7। ਮੀਨਸ ਜੇ ਹਰੇਕ ਆਬਜ਼ਰਵੇਸ਼ਨ ਦੇ ਵਿੱਚ ਮੈਂ ਇੱਕ ਐਡ ਕੀਤਾ ਤਾਂ ਐਵਰੇਜ ਵੀ 6 ਤੋਂ 7 ਹੋਗੀ। ਇਹੀ ਆਪਣਾ ਪਹਿਲਾ ਰਿਮਾਰਕ ਸੀ, ਇਫ ਈਚ ਆਬਜ਼ਰਵੇਸ਼ਨ ਆਫ ਗਿਵਨ ਡਾਟਾ ਇਜ਼ ਇਨਕਰੀਜ਼ਡ ਬਾय ਸੇਮ ਕੁਆਂਟੀਟੀ। ਇਹਦੇ ਵਿੱਚ ਆਪਾਂ ਕਿੰਨਾ ਇਨਕਰੀਜ਼ ਕੀਤਾ 1, then their average is also increased by x। ਤੇ ਜੇਕਰ ਆਪਾਂ ਸੈਕਿੰਡ ਰਿਮਾਰਕ ਪੜ੍ਹੀਏ, ਇਫ ਈਚ ਆਬਜ਼ਰਵੇਸ਼ਨ ਆਫ ਦ ਗਿਵਨ ਡਾਟਾ ਇਜ਼ ਡਿਕਰੀਜ਼ਡ ਬਾय ਸੇਮ ਕੁਆਂਟੀਟੀ। ਦੇਖੋ ਇਹ ਵਾਲੀਆਂ ਆਬਜ਼ਰਵੇਸ਼ਨਸ ਨੇ, ਇਹਦੇ ਵਿੱਚੋਂ ਮੈਂ ਮਾਈਨਸ ਕਰ ਰਹੀ ਹਾਂ 1 ਤੇ ਆਏਗਾ ਕਿ 1 3 5 7 9। ਇਹ ਫਿਰ ਇੱਕ ਪੈਟਰਨ ਦੇ ਵਿੱਚ ਨੇ ਤੇ ਐਵਰੇਜ ਕਿੰਨੀ ਹੈ 5। ਐਵਰੇਜ 6 ਤੋਂ ਕਿੰਨੀ ਹੋਗੀ 5। ਇਹਦਾ ਮਤਲਬ ਜੇ ਹਰੇਕ ਆਬਜ਼ਰਵੇਸ਼ਨ ਦੇ ਵਿੱਚੋਂ ਆਪਾਂ ਇੱਕ ਨੰਬਰ x ਮਾਈਨਸ ਕਰਦੇ ਆ ਤਾਂ ਐਵਰੇਜ ਵੀ x ਡਿਕਰੀਜ਼ ਹੋ ਜਾਂਦੀ ਹੈ। ਤੇ ਥਰਡ ਪੁਆਇੰਟ ਪੜ੍ਹਦੇ ਆ, ਇਫ ਈਚ ਆਬਜ਼ਰਵੇਸ਼ਨ ਆਫ ਦ ਗਿਵਨ ਡਾਟਾ ਇਜ਼ ਮਲਟੀਪਲਾਈਡ ਬਾय ਸੇਮ ਕੁਆਂਟੀਟੀ ਸੇ x then their average is also multiplied by x। ਸੇਮ ਉਹੀ ਲਿੱਤੀਆਂ 2 4 6 8 10। ਹੁਣ ਹਰੇਕ ਆਬਜ਼ਰਵੇਸ਼ਨ ਨੂੰ ਆਪਾਂ ਮਲਟੀਪਲਾਈ ਕਰ ਦਿੰਦੇ ਆ 3 ਦੇ ਨਾਲ, 6 12 18 24 ਤੇ 30। ਇਹਦੇ ਵਿੱਚ ਵੀ ਇੱਕ ਪੈਟਰਨ ਨਜ਼ਰ ਆ ਰਿਹਾ, ਮਲਟੀਪਲਾਈ ਕੀਤਾ ਮੈਂ 3 ਦੇ ਨਾਲ 6 12, 6 6 ਦਾ ਗੈਪ ਹੈ, 12 ਤੋਂ ਬਾਅਦ 18 18 ਤੋਂ ਬਾਅਦ 24 24 ਤੋਂ ਬਾਅਦ 30। ਮੀਨਸ ਉਹੀ ਸੈਟ ਪੈਟਰਨ ਆਪਣਾ ਚੱਲ ਰਿਹਾ ਤੇ ਐਵਰੇਜ ਕਿੰਨੀ ਆਏਗੀ 18। ਮਿਡਲ ਟਰਮ ਇਜ਼ ਦੀ ਐਵਰੇਜ, ਮਿਡਲ ਟਰਮ ਇਹਦੇ ਵਿੱਚ ਇੱਕੋ ਹੀ ਹੈ, ਠੀਕ ਹੈ। ਤੇ ਐਵਰੇਜ ਕਿੰਨੀ ਆ ਗਈ 18। 6 ਤੋਂ ਐਵਰੇਜ ਕਿੰਨੀ ਹੋਗੀ 18 ਤੇ ਐਵਰੇਜ ਕਿਵੇਂ ਆਈ ਹੈ 6 ਨੂੰ ਮਲਟੀਪਲਾਈ ਕੀਤਾ 3 ਦੇ ਨਾਲ ਤੇ ਇਹ ਆਪਣਾ ਸੀਗਾ ਥਰਡ ਰਿਮਾਰਕ। ਇਸੇ ਤਰ੍ਹਾਂ ਹੀ ਚੌਥਾ ਰਿਮਾਰਕ ਹੈ, ਇਫ ਈਚ ਆਬਜ਼ਰਵੇਸ਼ਨ ਆਫ ਗਿਵਨ ਡਾਟਾ ਇਜ਼ ਡਿਵਾਈਡਡ ਬਾय ਸੇਮ ਕੁਆਂਟੀਟੀ ਸੇ x then their average is also divide by x। ਜੇ ਆਪਣੀ ਆਬਜ਼ਰਵੇਸ਼ਨਸ ਨੂੰ ਆਪਾਂ 2 ਦੇ ਨਾਲ ਡਿਵਾਈਡ ਕਰ ਦਈਏ ਕੀ ਆਏਗਾ 1 2 3 4 5 ਤੇ ਐਵਰੇਜ ਕਿੰਨੀ ਹੈ 3, ਠੀਕ ਹੈ। ਤੇ ਚਾਰੋਂ ਰਿਮਾਰਕਸ ਕੀ ਕਹਿੰਦੇ ਆ ਕਿ ਅਗਰ ਆਪਣੇ ਕੋਲ ਜੋ ਵੀ ਆਬਜ਼ਰਵੇਸ਼ਨਸ ਦਿੱਤੀਆਂ ਨੇ ਉਹਦੇ ਵਿੱਚ ਹਰੇਕ ਆਬਜ਼ਰਵੇਸ਼ਨ ਦੇ ਵਿੱਚ ਜੇ ਸੇਮ ਨੰਬਰ ਐਡ ਕਰਦੇ ਆ ਤਾਂ ਐਵਰੇਜ ਵੀ ਉਹ ਨੰਬਰ ਦੇ ਨਾਲ ਐਡ ਹੋ ਜਾਂਦੀ ਹੈ, ਜੇ ਮਾਈਨਸ ਕਰਦੇ ਆ ਤਾਂ ਐਵਰੇਜ ਵੀ ਮਾਈਨਸ ਹੋ ਜਾਂਦੀ ਹੈ, ਜੇ ਪ੍ਰੋਡਕਟ ਕਰਦੇ ਆ ਤਾਂ ਐਵਰੇਜ ਵੀ ਉਸੇ ਨੰਬਰ ਦੇ ਨਾਲ ਮਲਟੀਪਲਾਈ ਹੋ ਜਾਂਦੀ ਹੈ ਤੇ ਜੇ ਡਿਵਾਈਡ ਕਰਦੇ ਆ ਤਾਂ ਐਵਰੇਜ ਵੀ ਉਸੇ ਨੰਬਰ ਦੇ ਨਾਲ ਡਿਵਾਈਡ ਹੋ ਜਾਂਦੀ ਹੈ, ਠੀਕ ਹੈ। ਇਹ ਆਪਾਂ ਯਾਦ ਰੱਖਣਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਕੰਬਾਈਨਡ ਐਵਰੇਜ, ਠੀਕ ਹੈ। ਅੱਗੇ ਕੀ ਹੈ ਕੰਬਾਈਨਡ ਐਵਰੇਜ। ਕੰਬਾਈਨਡ ਐਵਰੇਜ ਕੀ ਹੁੰਦੀ ਹੈ, ਇਫ ਐਵਰੇਜ ਆਫ n1 ਆਬਜ਼ਰਵੇਸ਼ਨ ਇਜ਼ a। ਮੀਨਸ ਇੱਕ ਮੇਰੇ ਕੋਲ ਇੱਕ n1 ਆਬਜ਼ਰਵੇਸ਼ਨਸ ਨੇ ਉਹਨਾਂ ਦੀ ਐਵਰੇਜ ਹੈ a ਤੇ ਇੱਕ ਪਾਸੇ ਮੇਰੇ ਕੋਲ n2 ਆਬਜ਼ਰਵੇਸ਼ਨਸ ਨੇ ਤੇ ਉਹਨਾਂ ਦੀ ਐਵਰੇਜ ਹੈ b। ਤਾਂ ਐਵਰੇਜ ਆਫ ਆਲ ਆਬਜ਼ਰਵੇਸ਼ਨ ਕੀ ਹੋਏਗੀ an1 plus bn2 upon n1 plus n2। ਇਹ ਕੁਐਸਚਨ ਦੇ ਨਾਲ ਸਮਝਦੇ ਹਾਂ। ਕੁਐਸਚਨ ਕੀ ਹੈ, there are 30 boys and 60 girls in a class। ਇੱਕ ਕਲਾਸ ਹੈ ਜਿਹਦੇ ਵਿੱਚ 30 ਮੁੰਡੇ ਤੇ 60 ਕੁੜੀਆਂ ਨੇ। if the average age of boys is 12 year and average age of girl is 10 year, ठीक है। average age boys ਦੀ ਕਿੰਨੀ ਹੈ 12 ਤੇ girls ਦੀ ਕਿੰਨੀ ਹੈ 10। find out the average of whole class। ਤੇ ਦੇਖੋ ਕੀ ਆਏਗਾ n1 ਕਿੰਨਾ ਹੈ ਮੇਰੇ ਕੋਲ, ਕਿੰਨੇ ਹੈ boys 30, girls ਕਿੰਨੀਆਂ ਨੇ 60, ਠੀਕ ਹੈ। ਐਵਰੇਜ ਇੱਥੇ ਐਵਰੇਜ ਕਿੰਨੀ ਹੈ 12, ਇੱਥੇ ਐਵਰੇਜ ਕਿੰਨੀ ਹੈ 10। ਤੇ ਕੰਬਾਈਨਡ ਐਵਰੇਜ ਦਾ ਜੇ ਆਪਾਂ ਫਾਰਮੂਲਾ ਲਗਾ ਦਈਏ ਤੇ 12 into 30 plus 60 into 10 upon ਕੀ ਆਏਗਾ n1 plus n2 means 90। 30 plus 60 90। देखो 10 तो कॉमन है कट जाएगा, 12 into 3 plus 6 into 10 upon 9। 36 plus 60 upon 9 ਇਹ ਕੀ ਆ ਰਿਹਾ 96 upon 9 ਤੇ ਇਹਨੂੰ ਜੇ ਆਪਾਂ ਕੱਢੀਏ ਤੇ ਕੀ ਆਏਗਾ ਆਨਸਰ ਇਹਦੇ ਵਿੱਚ 96 upon 9 means 10.66, ठीक है। ਤੇ ਆਨਸਰ ਕਿੰਨਾ ਆ ਜਾਏਗਾ 10.66, ਇਹ ਆਨਸਰ ਹੈ।
क्लीयर है। कंबाइंड एवरेज ਦੇ ਵਿੱਚ ਆਪਣੇ ਕੋਲ ਦੋ ਤਰੀਕੇ ਦੀ ਆਬਜ਼ਰਵੇਸ਼ਨਸ ਹੋਣਗੀਆਂ, ਇੱਕ ਦੀ ਐਵਰੇਜ ਦਿੱਤੀ ਹੋਏਗੀ ਤੇ ਦੂਜੀ ਦੀ ਦਿੱਤੀ ਹੋਏਗੀ, ਤੇ ਆਪਾਂ ਕੀ ਕਰਨਾ ਹੈ an1 plus bn2 upon n1 plus n2 ਇਸ ਪੈਟਰਨ ਦੇ ਨਾਲ, ਇਸ ਫਾਰਮੂਲੇ ਦੇ ਨਾਲ ਆਪਾਂ ਕੁਐਸਚਨ ਨੂੰ ਸੋਲਵ ਕਰਾਂਗੇ। ਠੀਕ ਹੈ, ਅੱਗੇ ਦੇਖਦੇ ਹਾਂ ਕੁਐਸਚਨਸ। पहला क्वेश्चन है एवरेज ऑफ एनी 5 consecutive odd natural numbers is k if two more such number just next to previous 5 numbers are added the new average becomes। की क्वेश्चन की है कि 5 consecutive odd natural number ने odd ਕਿਹੜੇ ਹੁੰਦੇ ਜਿਹੜੇ ਕਿ ਦੋ ਨਾਲ ਡਿਵਾਈਡ ਨਹੀਂ ਹੁੰਦੇ, ਜਿਵੇਂ ਕਿ 1 3 5 7 9 ਇਹ ਸਾਰੇ ਦੇ ਸਾਰੇ ਕੀ ਨੇ odd natural numbers, ਤੇ ਉਹਨਾਂ ਦੀ ਐਵਰੇਜ ਕਿੰਨੀ ਹੈ k। ਠੀਕ ਹੈ, ਤੇ ਐਵਰੇਜ k ਹੈ ਕਿੰਨੇ 5 odd natural numbers ਦੀ। ठीक है, तो आप जे लिखिए एवरेज इज के, ते आप हुणी पढ़िया कि जे अपने कोल कंजैक्टिव नंबर्स ने ते मिडल वन की होंदी है एवरेज होंदी है, ते अगे की आएगा k+2 k+4। जे पीछे नु देखिए तो ਇਹਦੇ ਵਿੱਚ है k-2 k-4, ਇਹ ਸਾਰੇ ਦੇ ਸਾਰੇ ਕੀ ਨੇ ऑड नंबर, ਤੇ ਇਹ एवरेज है। ਉਹ ਕਹਿੰਦਾ ਜੀ ਜੇ ਇਹਦੇ ਵਿੱਚ ਦੋ ਨੰਬਰਸ ਹੋਰ ਐਡ ਕਰਤੇ ਜਾਣ, ਦੋ ਨੰਬਰਸ ਕਿਹੜੇ ਨੇ k+6 ਤੇ k+8, तो एवरेज केड़ी आ जाएगी, देखो फर्स्ट ते लास्ट दी एवरेज भी कर सकते हैं, या मिडल टर्म देखो इथों खिसक के इत्थे आ गई, ये आ गई मिडल टर्म, तो इसका आंसर की आएगा k+2। ठीक है, जदों भी अपने कोल कंजैक्टिव टर्म्स ने एवरेज की होंदी है फर्स्ट ते लास्ट दी एवरेज, या फिर जे मिडल टर्म तुहानू पता लगदी है तो एवरेज की है मिडल टर्म। तो दोनों तरीके नाल जेड़ी भी चीज नाल जल्दी हल निकलदा है वो चीज नू देख लो, ऑब्जर्व कर लो, फिर उस हिसाब नाल आंसर कढो। ठीक है, हुण अगे क्वेश्चन देखते हैं। अगला क्वेश्चन है the average weight of 11 players of Indian cricket team is increased by 1 kg when one player of the team weighing 55 kg replaced by a new player, the weight of the new player। average weight कितना है 11 players ਦਾ increase हो रहा 1 किलो, किवें ਜਦੋਂ ਇੱਕ ਨਵਾਂ player ਜਿਹਦਾ ਕਿ 55 ਕਿਲੋ ਸੀ ਉਹਨੂੰ ਰਿਪਲੇਸ ਕਰਦਾ ਪਿਆ, when one player of the team weighing 55 kg replaced by new player, means 55 ਕਿਲੋ ਵਾਲੇ ਦੀ ਜਗ੍ਹਾ ਤੇ ਇੱਕ ਨਵਾਂ player ਆ ਰਿਹਾ। ठीक है, 1 किलो का अंतर पै रहा, 1 किलो वधदा पिया। 11 प्लेयर्स थी, एवरेज का मतलब की होंदा है इक्वल डिस्ट्रीब्यूशन, जे 11 प्लेयर्स सी 1 किलो के हिसाब नाल 11 किलो वध जाएगा, जिहड़ा नवा बंदा आ रहा है वो 11 किलो एवरेज लैके आएगा, 11 किलो वेट वो अपने दे नाल लैके आएगा, ते अपने कोल आंसर कितना आएगा 55 प्लस 11, आंसर आएगा 66 kg। ठीक है, ਉਹਦੇ ਕੋਲ 11 वाधू होएगा ताही वो बाकी प्लेयर्स नो 1-1 किलो डिस्ट्रीब्यूट कर देगा, ते 55 पिछले प्लेयर्स दा सी ते नवे प्लेयर दा कितना होएगा 55 प्लस 11 मींस 66 किलो, ते नवा प्लेयर किन्ने वेट दा होएगा 66 किलो दा। अगला क्वेश्चन देखते हैं। Average age of family of 6 members 4 years ago was 25 years. Meanwhile, child was born in this family and still the average age of whole family is same today. The present age of the child. की क्या क्वेश्चन दे विच की 6 मैंबर्स ने फैमिली दे विच ते उन्हां दी एवरेज कितनी है 25 साल 4 साल पहला 4 years ago 4 years ago मींस 4 साल पहला उन्हां दी एवरेज है 25, ਤੇ ਜੇ 4 ਸਾਲ ਪਹਿਲਾਂ ਉਹਨਾਂ ਦੀ ਐਵਰੇਜ 25 ਸੀ ਤੇ ਹਰੇਕ ਮੈਂਬਰ ਦੀ 4-4 ਸਾਲ ਵੱਧ ਗਈ, ਤੇ ਜੇ ਆਪਾਂ ਕਨਸੈਪਟ ਨੂੰ ਯਾਦ ਕਰੀਏ ਤਾਂ ਆਪਣਾ ਰਿਮਾਰਕ ਸੀ ਕਿ ਇਫ ਈਚ ਆਬਜ਼ਰਵੇਸ਼ਨ ਇਜ਼ ਇਨਕਰੀਜ਼ਡ ਬਾय x then average is also increased by x। ਜੇ ਹਰੇਕ ਆਬਜ਼ਰਵੇਸ਼ਨ ਨੂੰ ਆਪਾਂ 4 ਦੇ ਨਾਲ ਇਨਕਰੀਜ਼ ਕਰਾਂਗੇ ਤੇ ਐਵਰੇਜ ਵੀ 4 ਦੇ ਨਾਲ ਇਨਕਰੀਜ਼ ਹੋਵੇਗੀ। ਠੀਕ ਹੈ, ਤੇ ਆਪਣੇ ਕੋਲ ਨਿਊ ਐਵਰੇਜ ਕਿੰਨੀ ਆਏਗੀ present age of 6 members। ठीक है, एवरेज कितनी आएगी जे पहला 25 सी ते हुन एवरेज होगी 29। ठीक है, एवरेज कितनी आनी है 29, ते एज कितनी हो जाएगी 29 नु 6 नाल मल्टीप्लाई करांगे ते आएगा 174। देखो एवरेज की हुंदी है सम ऑफ ऑब्जर्वेशंस अपॉन नंबर ऑफ ऑब्जर्वेशंस।
ਤੇ ਜੇਕਰ ਆਪਾਂ ਨੂੰ ਸਮ ਚਾਹੀਦਾ ਤਾਂ ਸਮ ਕੀ ਹੋਏਗਾ ਐਵਰੇਜ ਇਨਟੂ ਨੰਬਰ, ਜੋ ਕਿ ਮੈਂ ਇਹਦੇ ਵਿੱਚ ਕੀਤਾ ਪ੍ਰੈਜ਼ੈਂਟ ਏਜ ਆਫ 6 ਮੈਂਬਰਸ ਕਿੰਨੀ ਆਏਗੀ 29 into 6 means 174। Meanwhile a child was born in this family। ਹੁਣ ਕੀ ਹੋਇਆ ਇਸ ਦੌਰਾਨ ਜਿਹੜੇ 4 ਸਾਲ ਬੀਤੇ ਆ ਇਹਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਘਰ ਦੇ ਵਿੱਚ ਤੇ ਐਵਰੇਜ ਏਜ ਪੂਰੀ ਫੈਮਿਲੀ ਦੀ ਸੇਮ ਰਹਿ ਰਹੀ ਹੈ। ਹੁਣ ਐਵਰੇਜ ਤਾਂ ਸੇਮ ਰਹਿ ਰਹੀ ਹੈ, ਐਵਰੇਜ ਕਿੰਨੀ ਸੀ 25, ਲੇਕਿਨ ਬੰਦੇ ਕਿੰਨੇ ਹੋ ਗਏ 7 ਤੇ ਟੋਟਲ ਏਜ ਕਿੰਨੀ ਹੋ ਜਾਏਗੀ 175। ਤੇ ਇਹ ਕੀ ਹੈ ਪ੍ਰੈਜ਼ੈਂਟ ਏਜ ਆਫ 7 ਮੈਂਬਰਸ। ਠੀਕ ਹੈ, ਇਹ 7 ਮੈਂਬਰਸ ਦੀ ਏਜ ਹੈ। 7 ਮੈਂਬਰਸ ਦੇ ਵਿੱਚ ਕੀ ਹੈ ਇੱਕ ਬੱਚਾ ਵੀ ਆ ਗਿਆ ਤੇ ਦੇਖੋ 6 ਮੈਂਬਰਸ ਦੀ ਏਜ ਹੈ 174, 5 ਮੈਂਬਰਸ ਦੀ ਏਜ ਹੈ 175 ਤੇ ਕਿੰਨਾ ਡਿਫਰੈਂਸ ਹੈ 1 ਦਾ, ਤੇ ਬੱਚੇ ਦੀ ਏਜ ਕਿੰਨੀ ਹੋਈ 1 ਸਾਲ ਦੀ। ਠੀਕ ਹੈ, ਬੜਾ ਇੰਪੋਰਟੈਂਟ ਕੁਐਸਚਨ ਹੈ, ਬੜੀ ਬੜੀ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਹਨੂੰ ਧਿਆਨ ਨਾਲ ਦੇਖੋ। ਤੇ ਬੱਚਾ ਕਿੰਨੇ ਸਾਲ ਦਾ ਹੋਇਆ, ਬੱਚਾ ਹੋਇਆ 1 ਸਾਲ ਦਾ। ਠੀਕ ਹੈ, ਤੇ ਹੁਣ ਆਪਾਂ ਅੱਗੇ ਕੁਐਸਚਨ ਦੇਖਦੇ ਹਾਂ। अगला क्वेश्चन है 3 टाइप्स ऑफ राइस हुज रेट्स आर ₹38 पर केजी, ₹43 पर केजी, ₹49 पर केजी। देखो 3 डिफरेंट वैरायटीज ने राइस दिया। ठीक है, चावलों दी 3 डिफरेंट वैरायटीज हैं। एक है 43 रुपए किलो, एक है 38 रुपए किलो, पहले 38 वाले लिखिए, एक है 38 रुपए किलो, एक है 43 रुपए किलो ते एक है 49 रुपए किलो। ठीक है, ਇਹ ਮਿਕਸ ਕਰਕੇ 15 ਕਿਲੋ ਚਾਵਲ ਬਣਨਗੇ ਜਿਹਦੇ ਵਿੱਚ 8 ਕਿਲੋ ਇਹ 4 ਕਿਲੋ ਤੇ ਇਹ ਹੈ 3 ਕਿਲੋ। ਮੈਂ ਕੀ ਕੱਢਣੀ ਹੈ ਐਵਰੇਜ ਪ੍ਰਾਈਸ ਆਫ ਦ ਨਿਊ ਬਲੈਂਡ ਆਫ ਰਾਈਸ, ਮੀਨਸ ਜਿਹੜੇ 15 ਕਿਲੋ ਚਾਵਲ ਆ ਗਏ ਆ ਇਹਨਾਂ ਦੀ ਐਵਰੇਜ ਪ੍ਰਾਈਸ ਕੱਢਣੀ ਹੈ। ਇੱਕ ਤਾਂ ਆਪਣੇ ਕੋਲ ਉਹੀ ਟ੍ਰੈਡੀਸ਼ਨਲ ਮੈਥਡ ਹੈ। ਟ੍ਰੈਡੀਸ਼ਨਲ ਮੈਥਡ ਕੀ ਹੈ कि 38 into 8 plus 43 into 4 plus 49 into 3 divided by 15 कर लिए, पर एक लंबा मैथड पैंदा जेड़ा कि टाइम ज्यादा लैंदा है। हुण थोड़ा एक कंसैप्ट देखदे हां। मैं सपोज करदी हां कि एवरेज कितनी है 43। मैं प्रीवियस लैक्चर दे विच भी समझाया सी तो ਉਹੀ ਚੀਜ਼ ਨੂੰ ਮੈਂ ਇੱਥੇ ਫੋਲੋ ਕਰਨ ਲੱਗੀ ਹਾਂ। ਮੈਂ ਸੋਚ ਰਹੀ ਹਾਂ ਕਿ ਸਪੋਜ਼ ਐਵਰੇਜ ਕਿੰਨੀ ਹੈ 43, ਜੇ ਐਵਰੇਜ 43 ਹੈ ਇੱਥੇ ਕਿੰਨਾ 38, ਕਿੰਨਾ ਘੱਟ ਹੈ 5, ਲੇਕਿਨ 8 किलो के हिसाब नाल मीनस 40 रुपए घट गए। ਇਹ ਤਾਂ 0 है, किन्ना वध है 6, किन्ने किलो है 3, यह की हो गया 18, मीनस फर्क किन्ना पै रहा -22 का। ठीक है, हुण ये -22 किन्ने दे विच डिस्ट्रीब्यूट करना है 15 किलो दे विच, मीनस सम किन्ना है -22 ते -22 ते ये किन्ना है नंबर किन्ना है 15 ते किन्ना आएगा -22/15 -1.466 आएगा जिन्हों आप 1.47 कर लांगे। ठीक है, ते एवरेज मैं कितनी सपोज की सी, मैं एवरेज सपोज की सी 43 ते 43 दे विचों मैनू यह 1.47 माइनस करना पएगा जिस नाल कि आंसर मेरा आ जाएगा 41.53। आंसर कितना आएगा 41.53। देखो कितनी जल्दी क्वेश्चन हो गया। जे आप ट्रेडिशनल मैथड ते लगे रहांगे तो यह क्वेश्चन करन नूं 2 मिनट लगणगे। ऐदा की है कि 1 मिनट के अंदर अंदर यह क्वेश्चन सॉल्व हो जाएगा। तो जे इस तरह की कैलकुलेशंस होण तां आपां नूं एवरेज सपोज कर लेनी चाहिए है, तो फिर इसे कंसैप्ट दे नाल क्वेश्चन नूं अगे प्रोसीड करना चाहिए। ठीक है, हुण अगे क्वेश्चन देखते हैं। अगला क्वेश्चन है एवरेज वेट ऑफ अ क्लास ऑफ 20 स्टूडेंट्स इज 45 kg। 20 बच्चों की एवरेज वेट कितना है 45 किलो। अ न्यू स्टूडेंट हुज वेट इज 40 kg रिप्लेसेस एन ओल्ड स्टूडेंट ऑफ दिस क्लास, हैंस द एवरेज वेट ऑफ होल क्लास डिक्रीजेस बाय 1 kg। ठीक है, नवा बच्चा जिहड़ा कि पुराने बच्चे नूं रिप्लेस करदा है ओहदे आउण नाल की होया कि एवरेज वेट डिक्रीज हो गया 1 किलो। बच्चे किन्ने हैं 20 दा मतलब 20 into 1 कितना है 20 kg। सीधा ही है 40 दे विच 20 ऐड कर लो तो आंसर आ गया 40 kg प्लस 20 kg। 20 kg ज्यादा होना चाहिए ताकि वो बनेगा 60 किलो। ठीक है, 20 बच्चे सी सारा 1-1 किलो देना है, ਇਹਦਾ मतलब 20 किलो प्रोवाइड करना है। 40 पहला सी 40 प्लस 20 कितना हो गया 60। ठीक है, इस तरह के क्वेश्चन थानू काफी मिलेंगे। अगला क्वेश्चन देखते हैं। नेक्स्ट क्वेश्चन है एवरेज ऑफ ऑल प्राइम एंड कॉम्पोजिट नंबर्स अप टू 100।
ठीक है। एवरेज कड्डनी है किहदी प्राइम ते कंपोजिट नंबर। अब सब तो पहला ये देखिए प्राइम नंबर्स किहड़े हुंदे ने। प्राइम नंबर्स वो नंबर हुंदे हैं जिन्हां दे सिर्फ दो ही फैक्टर्स होण 1 ते इटसेल्फ। जिवें कि प्राइम नंबर्स मेरे कोल ने, प्राइम नंबर्स ਨੂੰ ਪਹਿਲਾਂ ਸਮਝ ਲਈਏ ਕਿਹੜੇ ਹੁੰਦੇ ਨੇ 2 3 5 7 11 13 ਸੋ ਔਨ। ਇਹ ਸਾਰੇ ਦੇ ਸਾਰੇ ਕੀ ਨੇ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਉਹ ਨੰਬਰ ਹੁੰਦੇ ਨੇ ਜਿਹਦੇ ਸਿਰਫ ਦੋ ਹੀ ਫੈਕਟਰਸ ਹੁੰਦੇ ਆ, ਇੱਕ ਤੇ ਇੱਕ ਉਹ ਆਪਣੇ ਆਪ ਦਾ ਨੰਬਰ। ਠੀਕ ਹੈ, ਜਿਵੇਂ 2 2 ਦੇ ਦੋ ਹੀ ਫੈਕਟਰਸ ਨੇ 1 ਤੇ 2, 3 ਦੇ ਦੋ ਹੀ ਫੈਕਟਰ ਨੇ 1 ਤੇ 3, 5 ਦੇ ਦੋ ਹੀ ਫੈਕਟਰ ਨੇ 1 ਤੇ 5। ਠੀਕ ਹੈ, ਇਹ ਤਾਂ ਹੋ ਗਏ ਪ੍ਰਾਈਮ ਨੰਬਰਸ। ਤੇ ਅੱਗੇ ਗੱਲ ਕਰਦੇ ਹਾਂ ਕੰਪੋਜ਼ਿਟ ਨੰਬਰਸ। ਕੰਪੋਜ਼ਿਟ ਨੰਬਰਸ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਦੋ ਤੋਂ ਵੱਧ ਫੈਕਟਰਸ ਹੋਣ। ठीक है, जिन्हों के दो तो वध फैक्टर हो, जिवें 4 फिर 6 फिर 8 फिर 9 10 सो ऑन। ठीक है, 4 ਇਹਦੇ ਕਿੰਨੇ ਫੈਕਟਰਸ ਨੇ 1 2 ਤੇ 4 6 1 2 3 6। ਠੀਕ ਹੈ, ਜਿਨ੍ਹਾਂ ਦੇ ਦੋ ਤੋਂ ਵੱਧ ਫੈਕਟਰਸ ਨੇ ਉਹਨੂੰ ਆਪਾਂ ਕਹਿੰਦੇ ਆ ਕੰਪੋਜ਼ਿਟ ਨੰਬਰ, ਜਿਨ੍ਹਾਂ ਦੇ ਸਿਰਫ ਦੋ ਫੈਕਟਰਸ ਨੇ ਉਹਨਾਂ ਨੂੰ ਕਹਿੰਦੇ ਆ ਪ੍ਰਾਈਮ ਨੰਬਰ। ਹੁਣ ਜੇਕਰ ਆਪਾਂ ਪ੍ਰਾਈਮ ਤੇ ਕੰਪੋਜ਼ਿਟ ਨੂੰ ਦੇਖੀਏ ਨਾ, ਇਹਦੇ ਵਿੱਚ 1 ਮਿਸਿੰਗ ਹੈ। 1 ਇੱਕ ਇਹੋ ਜਿਹਾ ਨੰਬਰ ਹੈ ਜਿਹੜਾ ਨਾ ਤਾਂ ਪ੍ਰਾਈਮ ਹੈ ਨਾ ਹੀ ਕੰਪੋਜ਼ਿਟ। ਇਹਦੇ ਵਿੱਚ ਬੱਚੇ ਥੋੜੀ ਜਿਹੀ ਗਲਤੀ ਕਰ ਲੈਂਦੇ ਨੇ, ਉਹ 1 ਨੂੰ ਕੰਪੋਜ਼ਿਟ ਦੇ ਵਿੱਚ ਕੰਸੀਡਰ ਕਰ ਲੈਂਦੇ ਆ, ਐਦਾਂ ਨਹੀਂ ਹੈ। ਠੀਕ ਹੈ, 1 ਨਾ ਤਾਂ ਪ੍ਰਾਈਮ ਹੈ ਨਾ ਹੀ ਕੰਪੋਜ਼ਿਟ ਹੈ। ਤੇ ਹੁਣ ਕੁਐਸਚਨ ਦੇ ਵਿੱਚ ਕੀ ਪੁੱਛਿਆ ਹੈ ਐਵਰੇਜ ਆਫ ਆਲ ਦ ਪ੍ਰਾਈਮ ਐਂਡ ਕੰਪੋਜ਼ਿਟ ਨੰਬਰਸ ਅਪ ਟੂ 100। ਠੀਕ ਹੈ, ਤੇ ਮੇਰੇ ਕੋਲ ਨੇ ਨੰਬਰਸ 2 3 4 5 6 7 ਸੋ ਔਨ, ਕਿੱਥੇ ਤੱਕ 100 ਤੱਕ। ਦੇਖੋ ਇੱਕ ਪੈਟਰਨ ਹੈ, ਇਹ ਕੰਜੈਕਟਿਵ ਨੰਬਰਸ ਨੇ। ਕੰਜੈਕਟਿਵ ਨੰਬਰਸ ਹੋਣ ਤਾਂ ਐਵਰੇਜ ਕੀ ਹੁੰਦੀ ਹੈ, ਫਸਟ ਤੇ ਲਾਸਟ ਦੀ ਐਵਰੇਜ ਹੀ ਐਵਰੇਜ ਹੁੰਦੀ ਹੈ। ਤੇ 2 plus 100 upon 2 एवरेज कितनी आ जाएगी 102 upon 2 मींस 51। एवरेज इज 51। ठीक है, एवरेज कितनी आ गई 51। ਤੇ ਇਹ ਸੀ ਕੁਐਸਚਨ ਕਿ ਐਵਰੇਜ ਆਫ ਆਲ ਪ੍ਰਾਈਮ ਐਂਡ ਕੰਪੋਜ਼ਿਟ ਨੰਬਰਸ ਅਪ ਟੂ 100। ਮੇਨ ਇਹਦੇ ਵਿੱਚ ਧਿਆਨ ਕਿਹਨੂੰ ਦੇਣਾ ਹੈ ਕੰਪੋਜ਼ਿਟ ਨੰਬਰਸ। ਕੰਪੋਜ਼ਿਟ ਨੰਬਰ ਦੇ ਵਿੱਚ 1 ਨਹੀਂ ਆਏਗਾ। ਠੀਕ ਹੈ, ਤੇ ਪ੍ਰਾਈਮ ਨੰਬਰਸ ਐਂਡ ਕੰਪੋਜ਼ਿਟ ਨੰਬਰ ਕਿੱਥੋਂ ਸਟਾਰਟ ਹੋਣਗੇ 2 ਤੋਂ। ਇੱਕ ਹੋਰ ਚੀਜ਼ ਆਬਜ਼ਰਵ ਕਰੋ ਕਿ ਇੱਕੋ ਹੀ ਈਵਨ ਪ੍ਰਾਈਮ ਹੁੰਦਾ ਹੈ 2। ठीक है, बाकी सारे ही मेरे को की होंगे हैं ओड प्राइम। एक ईवन प्राइम होंगे, बाकी सारे ऑड प्राइम। ठीक है, तो अज आप जो भी कुछ पढ़े है उन्होंने प्रैक्टिस करनी है, तो ये रिलेटेड क्वेश्चन होर प्रैक्टिस करने की कोशिश करो ताकि यह कंसैप्ट चंगे तरीके ਤੁਹਾਨੂੰ समझ आ जाए। मैथ्स है, मैथ सिर्फ प्रैक्टिस के नाल ही आता है, तो यदि प्रैक्टिस खूब करो ताकि चंगे तरीके थोड़े क्वेश्चन निकलन ते विद इन टाइम निकलन। टाइम कितना मिला 1 मिनट के ही क्वेश्चन खत्म करने की कोशिश करनी है, वो तां ही होगा जे तुसीं इहनूं प्रैक्टिस करांगे। ठीक है, तो हुण आपां अगली क्लास दे विच मिलांगे। धन्नवाद।